ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ। ਚੇਅਰਮੈਨ ਤੋਂ ਇਲਾਵਾ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਇਹ ਪੀੜਾ ਵੀ ਜਿਹੜੀ ਹੈ ਉਹ ਸਮਝ ਸਕਦੇ ਹੋਵੋਗੇ। ਬੰਦੀ ਸਿੱਖਾਂ ਦੇ ਹੱਕ 'ਚ ਫੈਸਲਾ ਪ੍ਰਧਾਨ ਮੰਤਰੀ ਜੀ ਦੇਣਗੇ। ਇੱਕ ਕਾਨੂੰਨੀ ਮਸਲੇ ਨੂੰ ਕਿਉਂ ਇੱਕ ਧਾਰਮਿਕ ਮਸਲਾ ਬਣਾਇਆ ਜਾ ਰਿਹਾ? ਦਇਆ ਨਾਲ ਕੀਤਾ ਇਨਸਾਫ ਜਿਹੜਾ ਲੋਕਾਂ ਨੂੰ ਚੰਗਾ ਲੱਗਦਾ। ਇਹ ਜਿਹੜੇ ਬੰਦੇ ਫੜੇ ਗਏ ਨੇ ਬਹੁਤੇ ਜਿਹੜੇ ਦੋਸ਼ੀ ਆ, ਕੁਝ ਲੋਕਾਂ ਨੂੰ ਛੱਡ ਕੇ ਇਹ ਅੰਦਰ ਦੀ ਟਾਡਾ ਆ, ਉਹ ਜਿਹੜਾ ਕਾਨੂੰਨ ਹੈ ਟਾਡਾ ਉਹ ਪ੍ਰੋਵਾਈਡ ਕਰਦਾ ਲਾਈਫ ਇੰਪ੍ਰਿਜ਼ਨਮੈਂਟ। ਇੱਕ ਦੋਸ਼ ਬਹੁਤ ਵੱਡਾ ਜਿਹੜਾ ਉਹ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਮਾਂ ਨਹੀਂ ਦੇ ਰਹੇ। ਪ੍ਰਧਾਨ ਮੰਤਰੀ ਹਰ ਵਿਅਕਤੀ ਨੂੰ ਮਿਲਣ ਦਾ ਸਮਾਂ ਦਿੰਦੇ ਆ। ਦਿਸ ਕੇਸ ਰਿਲੇਟਸ ਟੂ ਦੀ ਹੋਮ ਮਿਨਿਸਟਰੀ। ਇਹ ਗੱਲ ਇਹ ਪ੍ਰਧਾਨ ਮੰਤਰੀ ਨੂੰ ਚਿੱਠੀ ਪਾਉਂਦੇ ਆ ਤੇ ਉਹਦੀ ਕਾਪੀ ਅਖਬਾਰ ਨੂੰ ਦੇ ਦਿੰਦੇ ਆ। ਜਿਹੜਾ ਇਹ ਅਖਬਾਰਾਂ ਦੇ ਰਾਹੀਂ ਚਰਚਾ ਕਰਾ ਕੇ ਕਿ ਅਸੀਂ ਕੋਈ ਖਾਸ ਸਿੱਖ ਕੌਮ ਲਈ ਕੁਰਬਾਨੀ ਦੇ ਰਹੇ ਆ, ਇਹ ਗੱਲ ਇਹੀ ਜਾਣਦੇ ਆ ਇਹਦੇ ਪਿੱਛੇ ਮਕਸਦ ਕੀ ਆ। ਜੇ ਕੋਈ ਜੈਨੂਇਨ ਲੋਕਾਂ ਦੀ ਪ੍ਰੋਬਲਮ ਨੂੰ ਹੱਲ ਕਰਾਉਣ ਲਈ ਹੈ ਤੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਹਾਜ਼ਰ ਹੈ। ਆਓ ਤੁਹਾਨੂੰ ਮੈਂ ਟਾਈਮ ਲੈ ਕੇ ਦਿੰਦਾ। ਮੇਰਾ ਪੂਰਾ ਕਮਿਸ਼ਨ ਦੇ ਮੈਂਬਰ ਸਭਾਨ, ਅਸੀਂ ਜਾਤੀ ਤੌਰ ਤੇ ਦੋਵਾਂ ਧਿਰਾਂ ਨਾਲ ਗੱਲ ਕਰ ਰਹੇ ਹਾਂ। ਕਿਸੇ ਨੂੰ ਪੈਸੇ ਦੇ ਕੇ, ਲਾਲਚ ਦੇ ਕੇ ਇਸ ਤਰ੍ਹਾਂ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਡੇ ਕੋਲ ਵੀ ਵੀਡੀਓ ਸੀਗੀਆਂ, ਅਸੀਂ ਕ੍ਰਿਸਚੀਅਨ ਨੁਮਾਇੰਦੇ ਨੂੰ ਉਸ ਵੇਲੇ ਸੁਣਾਈਆਂ ਬਗਾਜਾ ਸੀ। ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਵੇਖ ਰਹੇ ਹੋ ABP ਸਾਂਝਾ ਤੇ ਮੈਂ ਹਾਂ ਪਰਮਜੀਤ ਸਿੰਘ। ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਤੇ ਵਿਰੋਧੀ ਦੇਸ਼ਾਂ ਵੱਲੋਂ ਇੱਕ ਅਜਿਹਾ ਨੈਰੇਟਿਵ ਸਿਰਜਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟ ਗਿਣਤੀ ਵਰਗ ਭਾਰਤ ਦੇ ਵਿੱਚ ਸੁਰੱਖਿਅਤ ਨਹੀਂ ਹਨ। ਸਾਡੇ ਨਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ABP ਸਾਂਝਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਸਾਬਕਾ IPS ਅਫਸਰ ਹਨ ਅਤੇ ਜੇਕਰ ਮੈਂ ਗੱਲ ਕਰਾਂ ਉਸ ਬੀਤੇ ਦੌਰ ਦੀ 1978 ਦੇ ਜਿਹੜਾ ਨਿਰੰਕਾਰੀ ਕਾਂਡ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੱਕ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਇੱਕ ਵੱਡੀ ਅਹਿਮ ਭੂਮਿਕਾ ਅਦਾ ਕੀਤੀ ਤੇ ਕਾਫੀ ਲੰਬਾ ਤਜਰਬਾ ਵੀ ਲਾਲਪੁਰਾ ਸਾਹਿਬ ਦਾ ਰਿਹਾ ਹੈ। ਸੋ ਲਾਲਪੁਰਾ ਸਾਹਿਬ ਮੌਜੂਦਾ ਦੌਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹ ਦੌਰ ਤਾਂ ਨਹੀਂ ਰਿਹਾ, ਪਰ ਅੱਜ ਕਈ ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਦੌਰ ਜਿਹੜੇ ਨੇ ਉਹ ਪਿੰਡੇ ਤੇ ਹੰਡਾਏ ਵੀ ਨੇ, ਖੁਦ ਵੇਖੇ ਵੀ ਨੇ। ਤੇ ਅੱਜ ਖਾਸ ਤੌਰ ਤੇ ਮਾਝੇ ਦੀ ਧਰਤੀ ਦੀ ਗੱਲ ਕੀਤੀ ਜਾਵੇ ਤਾਂ ਘੱਟ ਗਿਣਤੀ ਵਰਗ ਨਾਲ ਸੰਬੰਧਿਤ ਪਹਿਲਾ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ। ਧਰਮ ਪਰਿਵਰਤਨ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਅੱਜ ਇਹ ਅੰਤਰਰਾਸ਼ਟਰੀ ਮੁੱਦਾ ਵੀ ਕਿਤੇ ਨਾ ਕਿਤੇ ਜਿਹੜਾ ਉਹ ਬਣਿਆ ਹੋਇਆ ਹੈ। ਕੀ ਜਿਹੜਾ ਪ੍ਰਤੀਕਰਮ ਹੈ ਤੁਹਾਡਾ ਇਸ ਦੇ ਪ੍ਰਤੀ? ਪਰਮਜੀਤ ਜੀ, ਮੈਨੂੰ ਪਿਛਲੇ ਸਾਲ ਜਦੋਂ ਮੈਂ ਐਸ ਚੇਅਰਮੈਨ ਟੇਕ ਓਵਰ ਕੀਤਾ ਸੀ, ਉਸ ਤੋਂ ਬਾਅਦ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਵੱਲੋਂ ਭੇਜੀਆਂ ਕੰਪਲੇਂਟਸ ਆਈਆਂ ਕਿ ਸਾਨੂੰ ਪੰਜਾਬ ਦੇ ਵਿੱਚ ਜਬਰੀ ਧਰਮ ਪਰਿਵਰਤਨ ਹੋ ਰਿਹਾ, ਫਰਾਡੂਲੈਂਟਲੀ ਧਰਮ ਪਰਿਵਰਤਨ ਹੋ ਰਿਹਾ, ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਹੋ ਰਿਹਾ। ਤੇ ਮੈਂ ਉਸ ਵੇਲੇ ਤੋਂ ਲੈ ਕੇ, ਇਹ ਅਕਤੂਬਰ ਦੀ ਗੱਲ ਹੈ, ਅਕਤੂਬਰ 2021 ਤੋਂ ਲੈ ਕੇ ਉਸ ਵੇਲੇ ਦੀ ਸਰਕਾਰ, ਕਾਂਗਰਸ ਦੀ ਸਰਕਾਰਾਂ ਨੂੰ, ਆਮ ਆਦਮੀ ਦੀ ਸਰਕਾਰਾਂ ਨੂੰ ਲਗਾਤਾਰ ਸੁਚੇਤ ਕਰਦਾ ਰਿਹਾ। ਔਰ ਮੈਂ ਆਪ ਵੀ ਅਪ੍ਰੈਲ ਦੇ ਮਹੀਨੇ 'ਚ ਇੱਥੇ ਸਿੱਖ ਤੇ ਕ੍ਰਿਸਚੀਅਨ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਬੁਲਾ ਕੇ ਗੱਲ ਵੀ ਕੀਤੀ ਸੀਗੀ। ਔਰ ਉੱਥੇ ਗੱਲ ਵੀ ਇਹੀ ਹੋਈ ਸੀ ਕਿ ਦੇयर शुड बी नो फ्रॉडुलेंट ਔਰ ਬਾਈ ਫੋਰਸ ਔਰ ਬਾਈ ਇੰਡਿਊਸਮੈਂਟ, ਕਿਸੇ ਨੂੰ ਪੈਸੇ ਦੇ ਕੇ, ਲਾਲਚ ਦੇ ਕੇ ਇਸ ਤਰ੍ਹਾਂ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਡੇ ਕੋਲ ਵੀ ਵੀਡੀਓ ਸੀਗੀਆਂ, ਅਸੀਂ ਕ੍ਰਿਸਚੀਅਨ ਨੁਮਾਇੰਦੇ ਨੂੰ ਉਸ ਵੇਲੇ ਸੁਣਾਈਆਂ ਬਗਾਜਾ ਸੀ। ਲੇਕਿਨ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਅੱਜ ਵੀ ਮੇਰੇ ਕੋਲ ਇੱਕ ਕੰਪਲੇਂਟ ਭੇਜੀ ਕਿਸੇ ਨੇ, ਰਿਪੋਰਟ ਕਿ 4 ਸਾਲ ਦੀ ਬੱਚੀ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਉਹਨੂੰ ਠੀਕ ਕਰਨ ਦੇ ਨਾਂ ਤੇ ਠੱਗੀ ਮਾਰੀ ਗਈ। ਉਹ ਵੀ ਮੈਂ ਚੀਫ ਸੈਕਟਰੀ ਪੰਜਾਬ ਨੂੰ ਭੇਜੀ ਹੈ ਕਿ ਇਹਦੇ ਤੇ ਭਾਈ ਬਣਦੀ ਲੀਗਲ ਕਾਰਵਾਈ ਕੀਤੀ ਜਾਵੇ। ਸੋ ਧਰਮ ਪਰਿਵਰਤਨ ਇੱਕ ਸੱਚ ਹੈ, ਫਰਾਡੂਲੈਂਟ ਵੇ ਜਿਹੜਾ ਹੈ ਉਹ ਠੀਕ ਤਰੀਕਾ ਨਹੀਂ। ਅਦਰਵਾਈਜ਼ ਆਪਣਾ ਧਰਮ ਰੱਖਣ ਦੀ ਆਗਿਆ ਜਿਹੜੀ ਹੈ ਉਹ ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈ, ਰਾਈਟ ਟੂ ਰਿਲੀਜਨ ਹੈ। ਜਿਹੜਾ ਮਰਜ਼ੀ ਬੰਦਾ ਆਪਣੇ ਧਰਮ, ਜਿਹੜੇ ਮਰਜ਼ੀ ਧਰਮ ਨੂੰ ਮੰਨੇ, ਉਹਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ ਕਿਸੇ ਖਾਸ ਧਰਮ ਵਾਸਤੇ। ਲੇਕਿਨ ਜਿਹੜਾ ਫਰਾਡੂਲੈਂਟ ਵੇ ਹੈਗਾ, ਧੋਖੇ 'ਚ ਰੱਖ ਕੇ ਜਾਂ ਲਾਲਚ ਦੇ ਕੇ, ਇਹ ਧਰਮ ਪਰਿਵਰਤਨ ਗੈਰ ਕਾਨੂੰਨੀ ਹੈ
ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ, ਤੇ ਬੀਤੇ ਦਿਨੀ ਜਦੋਂ ਇਹ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਸੀ ਤਾਂ ਕੈਥੋਲਿਕ ਚਰਚ ਤੇ ਜਿਹੜੇ ਪਾਦਰੀ ਨੇ ਉਹ ਖੁਦ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਉਹਨਾਂ ਨੂੰ ਮਿਲਦੇ ਨੇ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਆਉਂਦੇ ਨੇ ਤੇ ਇੱਕ ਪੀਸੀ ਕਰਕੇ ਉਹ ਸਾਫ਼ ਕਹਿੰਦੇ ਨੇ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦਰਅਸਲ ਇਹ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਉਹਨਾਂ ਨੇ ਖੁਦ ਜਿਹੜੀ ਇਹ ਗੱਲ ਕਹੀ ਹੈ। ਸੋ ਜਦੋਂ ਐਸਾ ਮਾਹੌਲ ਲਾਲਪੁਰਾ ਸਾਹਿਬ ਸਿਰਜਿਆ ਜਾਂਦਾ ਹੈ ਤੇ ਨਜ਼ਰਾਂ ਕਿਤੇ ਨਾ ਕਿਤੇ ਇਹ ਕਮਿਸ਼ਨ ਤੇ ਵੀ ਜਿਹੜੀਆਂ ਜਾਂਦੀਆਂ ਨੇ ਕਿ ਕਮਿਸ਼ਨ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਿਹਾ ਹੈ, ਕਿ ਕਿਸ ਤਰ੍ਹਾਂ ਦੀ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਕਿਉਂਕਿ ਖੁਦ ਜਿਹੜਾ ਉਹ ਆ ਕੇ ਇਹ ਕਹਿ ਰਹੇ ਨੇ ਕਿ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਦੇਖੋ, ਜਿੱਥੋਂ ਤੱਕ ਉਹਨਾਂ ਦੇ ਦੋਵੇਂ ਵੱਡੇ ਫਿਰਕੇ ਆ, ਪ੍ਰੋਟੈਸਟੈਂਟਸ ਚਰਚ ਆਫ ਨਾਰਥ ਇੰਡੀਆ ਤੇ ਕੈਥੋਲਿਕ ਜਾਂ 7th ਡੇ ਆਰਮੀ ਵਾਲੇ, ਇਹ ਸਾਰੇ ਮੇਰੇ ਕੋਲ ਆਏ ਸੀ। ਇਹ ਕਹਿੰਦੇ ਕਿ ਧਰਮ ਪਰਿਵਰਤਨ ਨੂੰ 6 ਮਹੀਨੇ ਦਾ ਸਮਾਂ ਲੱਗਦਾ ਹੈ। ਅਸੀਂ ਉਹ ਧਰਮ ਪਰਿਵਰਤਨ 'ਚ ਨਹੀਂ ਹੈਗੇ, ਪਰ ਪੰਜਾਬ ਦੀ ਸਰਕਾਰ ਨੂੰ ਪੜਤਾਲ ਇਹ ਕਰਨੀ ਚਾਹੀਦੀ ਹੈ। ਫਿਰ ਉਹਨਾਂ ਨੇ ਕਈ ਗੱਲਾਂ ਦੱਸੀਆਂ ਕਿ ਜੇ ਆਪਣਾ ਬਾਈਬਲਿਕਲ ਨਾਮ ਦੇਣਾ ਪੈਂਦਾ, ਬਾਈਬਲ 'ਚ ਨਾਮ ਦੇਣਾ ਪੈਂਦਾ ਜੇ ਕੋਈ ਧਰਮ ਪਰਿਵਰਤਨ ਕਰਦਾ, ਤੇ ਸਿੰਘ ਜਿਹੜੇ ਰੱਖ ਕੇ ਦਸਤਾਰਾ ਰੱਖ ਕੇ ਉਹ ਧਰਮ ਪਰਿਵਰਤਨ ਇਹਨਾਂ ਦੀ ਜਿਹੜਾ ਧਰਮ ਵੱਲੋਂ ਹੀ ਪ੍ਰਵਾਨ ਨਹੀਂ ਹੈਗਾ। ਉਹ ਕੌਣ ਬੰਦੇ ਨੇ ਜਿਹੜਾ ਇਸ ਤਰ੍ਹਾਂ ਦਾ ਧਰਮ ਪਰਿਵਰਤਨ ਕਰ ਰਹੇ ਆ, ਉਹਨਾਂ ਦੀ ਫੰਡਿੰਗ ਕਿੱਥੋਂ ਹੋ ਰਹੀ ਹੈ, ਇਹ ਕੀ ਸਾਰਾ ਮਾਮਲਾ ਹੈ, ਇਹ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਤੇ ਸਾਡੀ ਪੜਤਾਲ ਦਾ ਇੱਕੋ ਜਰੀਆ ਹੈ ਕਿ ਸਟੇਟ ਦੀ ਗਵਰਨਮੈਂਟ ਜਿਹੜੀ ਆ, ਅਸੀਂ ਚੀਫ ਸੈਕਟਰੀ ਨੂੰ ਲਿਖਦੇ ਆ, ਉਹਦੇ ਰਾਹੀਂ ਆਸ ਕਰਦੇ ਹੁੰਦੇ ਆ ਕਿ ਚੀਫ ਸੈਕਟਰੀ ਸੱਚ ਦਾ ਜਿਹੜਾ ਇਹਦੇ ਬਾਰੇ ਪੜਤਾਲ ਕਰਕੇ ਸਾਨੂੰ ਇਨਫੋਰਮੇਸ਼ਨ ਭੇਜੇ। ਜਿੱਥੇ ਲੋੜ ਪਵੇ ਉੱਥੇ ਕਮਿਸ਼ਨ ਵੀ ਉਹਦੇ 'ਚ ਇੰਟਰਫੀਅਰ ਕਰੇ। ਇਸ ਪਾਰਟਿਕੂਲਰ ਕੇਸ ਦੇ ਵਿੱਚ ਮੈਂ ਤੇ ਮੇਰਾ ਪੂਰਾ ਕਮਿਸ਼ਨ ਦੇ ਮੈਂਬਰ ਸਭਾਨ, ਅਸੀਂ ਜਾਤੀ ਤੌਰ ਤੇ ਦੋਵਾਂ ਧਿਰਾਂ ਨਾਲ ਗੱਲ ਕਰ ਰਹੇ ਹਾਂ, ਲੇਕਿਨ ਬਦਕਿਸਮਤੀ ਹੈ ਜਿਵੇਂ ਮੈਂ ਆਪ ਜੀ ਨੂੰ ਕੀਤਾ ਕਿ ਪੰਜਾਬ ਦੀ ਸਰਕਾਰ ਵੱਲੋਂ ਕੋਈ ਇਹਦੇ 'ਚ ਹਾਮੀ ਨਹੀਂ ਭਰੀ। ਫੰਡਿੰਗ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਵੀ ਇਸ ਵੱਡੇ ਪੱਧਰ ਤੇ ਇਸ ਗੱਲ ਨੂੰ ਜਿਹੜਾ ਸਵੀਕਾਰਿਆ ਹੈ ਕਿ ਕਿਤੇ ਨਾ ਕਿਤੇ ਫੰਡਿੰਗ ਦਾ ਜ਼ਰੀਆ ਹੈ। ਇਹ ਫੰਡਿੰਗ ਭਾਵੇਂ ਕਿਸੇ ਵੀ ਸੋਰਸ ਤੋਂ ਆਉਂਦੀ ਹੋਵੇ। ਤੁਹਾਡਾ ਇੱਕ ਲੰਬਾ ਐਕਸਪੀਰੀਅੰਸ ਰਿਹਾ ਹੈ ਤੇ ਤੁਹਾਡੇ ਮੁਤਾਬਕ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਮਾਝੇ ਦੇ ਬਹੁਤ ਚੱਪੇ ਤੋਂ ਤੁਸੀਂ ਵਾਕਫ ਹੋ, ਬਹੁਤ ਲੰਬੀਆਂ ਸੇਵਾਵਾਂ ਨਿਭਾਈਆਂ ਨੇ ਤੇ ਬਾਰਡਰ ਏਰੀਆ ਕਰਕੇ ਕੁਝ ਹੋਰ ਮੋਟਿਵ ਇਸ ਨੂੰ ਲੈ ਕੇ ਹੋਵੇ। ਦੇਖੋ, ਸੰਭਾਵਨਾ ਤਾਂ ਕਿਸੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜਦ ਤੱਕ ਅਸੀਂ ਪੜਤਾਲ ਨਹੀਂ ਕਰਦੇ। ਹੁਣ ਪੜਤਾਲ ਕੌਣ ਕਰੇ, ਇਹ ਇੱਕ ਬੜਾ ਜ਼ਰੂਰੀ ਹੈ। ਦੋ ਚੀਜ਼ਾਂ ਮੇਨਟੇਨ, ਪਹਿਲੀ ਫਸਟ, ਜੇ ਅਸੀਂ ਇਸ ਗੱਲ ਨੂੰ ਮੇਰੇ ਲਿਖਣ ਦੇ ਬਾਵਜੂਦ ਵੀ ਡੱਡੂ ਆਣਾ ਤੇ ਪੱਟੀ ਦੇ ਵਿੱਚ ਕਾਂਡ ਹੋ ਜਾਂਦਾ ਹੈ, ਇਹਦਾ ਮਤਲਬ ਹੈ ਵਕਤ ਦੀ ਸਰਕਾਰ ਜਿਹੜੀ ਹੈ ਉਹ ਲਾਅ ਐਂਡ ਆਰਡਰ ਵੱਲ ਧਿਆਨ ਦੇਣਾ ਨਹੀਂ ਚਾਹੁੰਦੀ। ਜਿਹੜੀ ਗੱਲ ਤੋਂ ਦੋਵਾਂ ਫਿਰਕੇ ਆਮਣੇ ਸਾਹਮਣੇ ਹੁੰਦੇ ਆ, ਉਹਨਾਂ ਨੂੰ ਲਾਅ ਐਂਡ ਆਰਡਰ ਨੂੰ ਤਾਂ ਪਹਿਲਾਂ ਠੀਕ ਰੱਖਣ ਲਈ ਦੋਵਾਂ ਨੂੰ ਸ਼ਾਂਤ ਕਰਨਾ ਚਾਹੀਦਾ। ਸ਼ਾਂਤ ਤਾਂ ਹੀ ਹੋਣਗੇ ਜੇ ਇੱਕ ਦੇ ਜਿਹੜਾ ਜਿਹਨੂੰ ਅਸੀਂ ਸਮਝਦੇ ਆ ਕਿ ਇਹ ਬੰਦੇ ਨੇ ਦੋਸ਼ੀ ਹੈ, ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਇਸ ਕਰਕੇ ਇਹ ਜਿਹੜੀ ਹੈ ਪੜਤਾਲ ਤੋਂ ਬਾਅਦ ਹੀ, ਇਨਕੁਆਇਰੀ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ, ਕਿਸੇ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ। ਸੋ ਕਹਿ ਸਕਦੇ ਹਾਂ ਮਾਨ ਸਰਕਾਰ ਬਿਲਕੁਲ ਸੰਜੀਦਾ ਨਹੀਂ ਹੈ ਤੁਹਾਡੇ ਕਹਿਣ ਦੇ ਮੁਤਾਬਕ ਇਸ ਮਸਲੇ ਨੂੰ ਲੈ ਕੇ। ਬਿਲਕੁਲ ਸੰਜੀਦਾ ਨਹੀਂ। ਮੈਂ ਮਾਨ ਸਰਕਾਰ ਦੀ ਗੱਲ ਨਹੀਂ ਕਰਦਾ, ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ। ਪਿਛਲੀ ਕਾਂਗਰਸ ਸਰਕਾਰ ਵੀ ਸੰਜੀਦਾ ਨਹੀਂ ਸੀ। ਉਹਨਾਂ ਨੂੰ ਵੀ ਮੈਂ ਕਿੰਨੀਆਂ ਚਿੱਠੀਆਂ ਲਿਖੀਆਂ, ਪਰਸਨਲ ਰਿਕੁਐਸਟ ਵੀ ਕੀਤੀ, ਉਹਨਾਂ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਔਰ ਮੈਂ ਸਮਝਦਾ ਸਾਲ ਹੋ ਚੱਲਿਆ ਤੇ ਸਾਲ ਦੇ ਵਿੱਚ ਪੰਜਾਬ ਵੱਲੋਂ ਕੋਈ ਰਿਪਲਾਈ ਸਾਨੂੰ ਨਹੀਂ ਹੈ। ਐਨੀ ਦਿਨੀ ਪੰਜਾਬ ਦੇ ਵਿੱਚ ਇੱਕ ਹੋਰ ਮਸਲਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਵਾਜ਼ ਬੁਲੰਦ ਕਰ ਰਹੀ ਹੈ ਤੇ ਤੁਹਾਡੇ ਤੱਕ ਵੀ ਪਹੁੰਚ ਕੀਤੀ ਹੋਵੇਗੀ। ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈ, ਤੇ ਤੁਹਾਡਾ ਤਾਂ ਖਾਸ ਤੌਰ ਤੇ ਤੁਸੀਂ ਇਸ ਕੇਸ ਨੂੰ ਜਿਹੜਾ ਵਾਚਿਆ ਵੀ ਹੋਵੇਗਾ, ਪੜ੍ਹਿਆ ਵੀ ਹੋਵੇਗਾ। ਚੇਅਰਮੈਨ ਤੋਂ ਇਲਾਵਾ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਇਹ ਪੀੜਾ ਵੀ ਜਿਹੜੀ ਹੈ ਉਹ ਸਮਝ ਸਕਦੇ ਹੋਵੋਗੇ। ਸੋ ਇਸ ਮਸਲੇ ਨੂੰ ਲੈ ਕੇ ਜਿਹੜੀ ਕਮਿਸ਼ਨ ਦੀ ਗੱਲ ਕੀਤੀ ਜਾਵੇ ਤੇ ਤੁਹਾਡੀ ਪਰਸਨਲੀ ਜਿਹੜੀ ਗੱਲ ਕੀਤੀ ਜਾਵੇ, ਕਿਵੇਂ ਇਸ ਸਾਰੇ ਕੇਸ ਨੂੰ ਲੈ ਰਹੇ ਹੋ? ਦੇਖੋ, ਗੱਲ ਇਹ ਹੈ, ਇਨਸਾਫ ਦੇ ਵਿੱਚ ਦਇਆ ਵੀ ਹੋਣੀ ਚਾਹੀਦੀ ਹੈ। ਜਿਹੜੀ ਦਇਆ ਨਾਲ ਕੀਤਾ ਇਨਸਾਫ ਜਿਹੜਾ ਲੋਕਾਂ ਨੂੰ ਚੰਗਾ ਲੱਗਦਾ। ਤੇ ਇਹ ਜਿਹੜੇ ਬੰਦੇ ਫੜੇ ਗਏ ਨੇ, ਬਹੁਤੇ ਜਿਹੜੇ ਦੋਸ਼ੀ ਆ, ਕੁਝ ਲੋਕਾਂ ਨੂੰ ਛੱਡ ਕੇ ਇਹ ਅੰਦਰ ਦੀ ਟਾਡਾ ਆ। ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ, ਸ਼ਾਇਦ ਉਹਨਾਂ ਨੇ 21 ਨਾਂ ਦਿੱਤੇ ਆ। ਕੁਝ ਬੰਦੇ 4-5 ਸਾਲ ਤੋਂ ਵੀ ਜੇਲ੍ਹ 'ਚ ਹੈ, ਲੇਕਿਨ ਪੁਰਾਣੇ ਹਰ ਕੇਸ ਨੂੰ ਸਟੱਡੀ ਕਰਨਾ ਪਏਗਾ। ਇਟ ਇਜ਼ ਅ ਮੈਟਰ ਵੇਅਰ ਦੀ ਅਕਿਊਜ਼ਡ ਹੈਵ ਬੀਨ ਕਨਵਿਕਟਡ, ਬੰਦਿਆਂ ਨੂੰ ਸਜ਼ਾ ਹੋ ਚੁੱਕੀ ਹੈ। ਔਰ ਉਹ ਜਿਹੜਾ ਕਾਨੂੰਨ ਹੈ ਟਾਡਾ, ਉਹ ਪ੍ਰੋਵਾਈਡ ਕਰਦਾ ਲਾਈਫ ਇਨਪ੍ਰਿਜ਼ਨਮੈਂਟ। ਜੇ ਜੱਜ ਨੇ ਉਹਨਾਂ ਨੂੰ ਲਾਈਫ ਇਨਪ੍ਰਿਜ਼ਨਮੈਂਟ ਦਿੱਤੀ ਹੈ
ਤੇ ਉਹਨਾਂ ਨੂੰ ਉਹਦੇ ਚੋਂ ਕੱਢਣ ਵਾਸਤੇ ਵੀ ਸਰਕਾਰ ਨੂੰ ਲੀਗਲ ਉਹਦਾ ਤੇ ਐਕਸ਼ਨ ਲੈਣਾ ਪਏਗਾ, ਜਿਹਦੇ ਲਈ ਸਰਕਾਰ ਨਾਲ ਔਰ ਉਹਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਹਨੂੰ ਸਟੱਡੀ ਕਰਕੇ ਜਿੱਥੇ ਜਿਹੜੀ ਹੈ ਆਪਾਂ ਕਾਈਂਡਨੈਸ ਦੀ ਲੋੜ ਹੈ, ਜਿੱਥੇ ਸੁਚੇਤ ਹੋਣ ਦੀ ਲੋੜ ਹੈ, ਉੱਥੇ ਸਿੱਖਾਂ ਦੇ ਪ੍ਰਤੀ ਪਿਆਰ ਨਾਲ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ ਇਹਨੂੰ ਹਮੇਸ਼ਾ ਸਰਕਾਰ ਤੱਕ ਰਹੀ ਹੈ। ਇਹਨਾਂ ਜਿਹੜੀ ਜੇਲ੍ਹ ਦੇ ਬੰਦੀਆਂ ਦੇ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਰਕਾਰ ਕਰੇਗੀ। ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਹੋ ਸਕਦੇ ਆ ਰਿਹਾ, ਕਈ ਵਾਰੀ ਤਾਂ ਇਹ ਵੀ ਦੇਖਣਾ ਪੈਂਦਾ ਹੈ ਕਿ ਹੁਣ ਰਾਜੋਆਣਾ ਕੇਸ ਦੇ ਵਿੱਚ ਸਭ ਚੀਫ ਮਿਨਿਸਟਰ ਦਾ ਮਰਡਰ ਹੋਇਆ, ਇਹਦੇ ਤੇ ਕੀ ਪ੍ਰੈਸੀਡੈਂਟ ਸੈੱਟ ਹੋਣਾ ਚਾਹੀਦਾ। ਕਈ ਜਿਹੜਾ ਹੁਣ ਦਵਿੰਦਰ ਸਿੰਘ ਭੁੱਲਰ ਦੀ ਕੇਸ ਹੈਗਾ, ਉੱਥੇ ਬਿੱਟਾ ਜਿਹੜਾ ਉਹ ਆਪ ਐਮਐਸ ਬਿੱਟਾ ਜੀ ਜਿਹੜੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ, ਜਿਨ੍ਹਾਂ ਤੇ ਅਟੈਕ ਹੋਇਆ ਸੀ ਔਰ ਬੰਦੇ ਉੱਥੇ ਮਾਰੇ ਗਏ ਸੀ, ਉਹ ਅਪੋਜ਼ ਕਰਦੇ ਆ। ਸੋ ਇਹ ਸਾਰੀਆਂ ਸਮਾਜਿਕ ਪ੍ਰੋਬਲਮਸ ਔਰ ਲੀਗਲ ਪ੍ਰੋਬਲਮਸ ਨੂੰ ਦੇਖ ਕੇ ਸਾਹਮਣੇ ਰੱਖ ਕੇ ਬੰਦੀ ਸਿੱਖਾਂ ਦੇ ਹੱਕ 'ਚ ਫੈਸਲਾ ਪ੍ਰਧਾਨ ਮੰਤਰੀ ਜੀ ਦੇਣਗੇ, ਐਸੀ ਜਿਹੜੀ ਇਹ ਗੱਲ ਹੈ। ਲੇਕਿਨ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਕਿ ਇਹਨੂੰ ਇੱਕ ਕਾਨੂੰਨੀ ਮਸਲੇ ਨੂੰ ਕਿਉਂ ਜਿਹੜਾ ਇਹ ਧਾਰਮਿਕ ਮਸਲਾ ਬਣਾਇਆ ਜਾ ਰਿਹਾ, ਕਿਉਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੀ ਐਸਜੀਪੀਸੀ ਨੂੰ ਇਸ ਕੰਮ 'ਚ ਇਨਵੋਲਵ ਕਰਦੇ ਹੋ? ਕੀ ਇਹ ਐਸਜੀਪੀਸੀ ਦਾ ਚਾਰਟਰ ਹੈ? ਕੀ ਐਸਜੀਪੀਸੀ ਐਕਟ ਦੇ ਵਿੱਚ 1925 ਗੁਰਦੁਆਰਾ ਪ੍ਰਬੰਧਕ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ, ਉਹਦੇ 'ਚ ਕਿਤੇ ਲਿਖਿਆ ਗਿਆ ਕਿ ਇਹ ਪੈਸਾ ਤੁਸੀਂ ਜਿਹੜਾ ਆ ਇਸ ਕੰਮਾਂ ਤੇ ਵੀ ਖਰਚ ਕਰੋਗੇ? ਸੋ ਮੈਂ ਸਮਝਦਾ ਰਾਜਨੀਤੀ ਤੇ ਮੁੜ ਕੇ ਸਰਵਾਈਵਲ ਵਾਸਤੇ ਬੰਦੀ ਸਿੰਘਾਂ ਦੀ ਬਾਹ ਫੜੀ ਜਾ ਰਹੀ ਹੈ ਤੇ ਉਹਨਾਂ ਦਾ ਹੱਥ ਫੜਿਆ ਜਾ ਰਿਹਾ, ਜਿਹੜਾ ਕਿਸੇ ਲਈ ਵੀ ਲਾਹੇਵੰਦ ਨਾ ਪੰਜਾਬ ਲਈ ਪਹਿਲਾਂ ਹੋਇਆ ਤੇ ਨਾ ਹੁਣ ਹੋਏਗਾ। ਬੰਦੀ ਸਿੰਘਾਂ ਦੀ ਰਿਹਾਈ ਦਾ ਕੇਸ ਕੇਂਦਰ ਦੀ ਸਰਕਾਰ ਦੇ ਵਿਚਾਰ ਅਧੀਨ ਹੈ ਔਰ ਅੱਛਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਏਗਾ। ਇਹ ਮੈਂ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਾਂ। ਲਾਲਪੁਰਾ ਸਾਹਿਬ, ਐਸਜੀਪੀਸੀ ਦਾ ਵਿਸ਼ੇਸ਼ ਇਜਲਾਸ ਵੀ ਜਿਹੜਾ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੱਦ ਚੁੱਕੀ ਹੈ ਤੇ ਇੱਕ ਮੀਟਿੰਗ ਬਣਾਈ ਗਈ ਸੀ। ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਨੂੰ ਸਾਂਝੀਆਂ ਕਰਕੇ ਜਿਹੜਾ ਪਹਿਲਾ ਮਤਾ ਪਾਇਆ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ, ਗੱਲਬਾਤ ਦੇ ਜ਼ਰੀਏ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੱਤਰ ਵੀ ਜਿਹੜੇ ਭੇਜੇ ਗਏ ਨੇ ਤੇ ਇੱਕ ਦੋਸ਼ ਬਹੁਤ ਵੱਡਾ ਜਿਹੜਾ ਉਹ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਮਾਂ ਨਹੀਂ ਦੇ ਰਹੇ ਤੇ ਸਮਾਂ ਨਾ ਦੇ ਕੇ ਕਿਤੇ ਨਾ ਕਿਤੇ ਜਿਹੜੇ ਘੱਟ ਗਿਣਤੀ ਨੇ ਉਹਨਾਂ ਦੀ ਜਿਹੜੀ ਇੰਡੀਪੈਂਡੈਂਟ ਜਾਂ ਕਹਿ ਲਈਏ ਕਿ ਉਹਨਾਂ ਤੇ ਇੱਕ ਡਾਕੇ ਮਾਰ ਰਹੀ ਹੈ ਮੋਦੀ ਸਰਕਾਰ। ਇਹਦੇ ਪ੍ਰਤੀ ਤੁਹਾਡਾ ਕੀ? ਐਸਜੀਪੀਸੀ ਦਾ ਜਿਹੜਾ ਇੱਕ ਡੈਲੀਗੇਸ਼ਨ ਮੈਨੂੰ ਵੀ ਮਿਲਿਆ ਸੀ ਔਰ ਉਹਦੇ 'ਚ ਅਸੀਂ ਜਦੋਂ ਗੱਲ ਕਰ ਰਹੇ ਸੀ, ਦੇ ਵਰ ਨਾਟ ਈਵਨ ਪ੍ਰੀਪੇਅਰਡ ਕਿ ਜਿਹੜੇ ਕੈਥੋਲਿਕ ਚਰਚ ਤੇ ਪ੍ਰੋਟੈਸਟੈਂਟ ਚਰਚ ਵਾਲਿਆਂ ਨਾਲ ਗੱਲ ਕਰਕੇ ਉਹਨਾਂ ਨੂੰ ਝੂਠੇ ਕਰ ਸਕੇ, ਉਹਨਾਂ ਨਾਲ ਆਪਣਾ ਕੇਸ ਪੇਸ਼ ਕਰ ਸਕੇ। ਉਹਦੇ ਜਿਹੜੀ ਚਿੱਠੀ ਆ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਵੀ ਲਿਖੀਆਂ ਸੀ, ਜਿਵੇਂ ਚ ਕੜੇ ਦੀ ਗੱਲ ਸੀਗੀ, ਦਸਤਾਰ ਲਾਉਣ ਦੀ, ਕਕਾਰ ਲਾਉਣ ਦੀ। ਯਾਨੀ ਕੇਵਲ ਸਿੰਘ ਨੂੰ ਕੱਲ ਨਹੀਂ 8 ਤਰੀਕ ਨੂੰ ਟ੍ਰੇਨ ਦੇ ਵਿੱਚ ਬਹਿਣ ਦਿੱਤਾ ਮੈਟਰੋ 'ਚ, ਉਹਦੇ ਮੈਂ ਕਾਰਵਾਈ ਕੀਤੀ ਹੈ। ਲੇਕਿਨ ਗੱਲ ਸਿੰਪਲ ਹੈ ਕਿ ਇਫ ਯੂ ਆਰ ਯੂਜ਼ਿੰਗ ਦੀ ਰਿਲੀਜਨ ਫਾਰ ਪੋਲਿਟਿਕਸ ਯੂ ਆਰ ਡੂਇੰਗ ਸਮਥਿੰਗ ਰੌਂਗ। ਜੇ ਕੋਈ ਜੈਨੂਅਨ ਲੋਕਾਂ ਦੀ ਪ੍ਰੋਬਲਮ ਨੂੰ ਹੱਲ ਕਰਾਉਣ ਲਈ ਹੈ ਤੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਹਾਜ਼ਰ ਹੈ, ਆਓ ਤੁਹਾਨੂੰ ਮੈਂ ਟਾਈਮ ਲੈ ਕੇ ਦਿੰਦਾ। ਪਰ ਇਹ ਜਿਹੜੀ ਹੈ ਜਿਸ ਗੱਲ ਨੂੰ ਤੁਸੀਂ ਇੱਕ ਮੁੱਦਾ ਰਾਜਨੀਤਿਕ ਬਣਾਉਣਾ ਚਾਹੁੰਦੇ ਹੋ ਤੇ ਉਹ ਜਿਹੜੀ ਹੈ ਉਹ ਤੁਸੀਂ ਪਾਵਰ 'ਚ ਰਹੇ ਹੋ, ਤੁਸੀਂ ਸਰਕਾਰ ਵਿੱਚ ਰਹੇ ਹੋ, ਤੁਸੀਂ ਅੰਦਰ ਝਾਤੀ ਮਾਰੋ ਤੁਸੀਂ ਉਦੋਂ ਕੀ ਕੀਤਾ। ਪਰ ਕੀ ਇਹ ਵਾਕਿਆ ਸੱਚਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸਮਾਂ ਨਹੀਂ ਦੇ ਰਹੇ ਜਾਂ ਉਹਨਾਂ ਦੀ ਜਿਹੜੀਆਂ ਚਿੱਠੀਆਂ ਜਿਹੜੀਆਂ ਪਾਈਆਂ ਨੇ ਉਸ ਦਾ ਜਵਾਬ ਨਹੀਂ ਆਇਆ? ਉਹ ਇਸ ਮੁੱਦੇ ਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਉਛਾਲ ਰਹੇ ਨੇ। ਪ੍ਰਧਾਨ ਮੰਤਰੀ ਹਰ ਵਿਅਕਤੀ ਨੂੰ ਮਿਲਣ ਦਾ ਸਮਾਂ ਦਿੰਦੇ ਆ। ਦਿਸ ਕੇਸ ਰਿਲੇਟਸ ਟੂ ਦੀ ਹੋਮ ਮਿਨਿਸਟਰੀ ਔਰ ਇਹਨਾਂ ਨੂੰ ਹੋਮ ਮਿਨਿਸਟਰੀ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਗੱਲ ਮਿਲ ਕੇ ਕਰਨੀ ਚਾਹੀਦੀ ਹੈ। ਜਿਹੜੀ ਗੱਲ ਇਹ ਪ੍ਰਧਾਨ ਮੰਤਰੀ ਨੂੰ ਚਿੱਠੀ ਪਾਉਂਦੇ ਆ ਤੇ ਉਹਦੀ ਕਾਪੀ ਅਖਬਾਰ ਨੂੰ ਦੇ ਦਿੰਦੇ ਆ। ਜਿਹੜਾ ਇਹ ਅਖਬਾਰਾਂ ਦੇ ਰਾਹੀਂ ਚਰਚਾ ਕਰਾ ਕੇ ਕਿ ਅਸੀਂ ਕੋਈ ਖਾਸ ਸਿੱਖ ਕੌਮ ਲਈ ਕੁਰਬਾਨੀ ਦੇ ਰਹੇ ਹਾਂ, ਇਹ ਗੱਲ ਇਹੀ ਜਾਣਦੇ ਆ ਇਹਦੇ ਪਿੱਛੇ ਮਕਸਦ ਕੀ ਆ। ਤੇ ਜਦੋਂ ਵੀ ਕਿਸੇ ਵੱਡੇ ਦਫ਼ਤਰ ਨਾਲ ਖਤੋ ਕਿਤਾਬਤ ਹੋਵੇ ਤਾਂ ਉਹਦੇ ਚ ਗੋਪਨੀਯਤਾ ਵੀ ਹੁੰਦੀ ਹੈ, ਸੀਕ੍ਰੇਸੀ ਵੀ ਹੁੰਦੀ ਹੈ, ਸਮਾਂ ਵੀ ਦਿੱਤਾ ਜਾਂਦਾ ਕਿ 15-20 ਦੇ ਵਿੱਚ। ਇਹ ਤਾਂ ਗੱਲ ਦੀ ਮਾਫ ਕਰਨਾ, ਮੇਰਾ ਕਹਿਣਾ ਨਹੀਂ ਬਣਦਾ ਇਸ ਐਜ਼ ਅ ਚੇਅਰਮੈਨ ਆਫ ਦ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ, ਵਾਈ ਡੋਂਟ ਯੂ ਰੇਜ਼ ਦਿਸ ਇਸ਼ੂ ਇਨ ਦ ਪਾਰਲੀਮੈਂਟ? ਬਾਹਰਲੇ ਪਾਸੇ ਖੜੇ ਹੋ ਕੇ ਕਿਉਂ ਕਰਦੇ ਹੋ? ਤੁਸੀਂ ਪਾਰਲੀਮੈਂਟ ਦੇ ਮੈਂਬਰ ਹੋ,
ਉੱਥੇ ਅੰਦਰ ਕੁਐਸਚਨ ਰੇਜ਼ ਕਰੋ। ਕਿਉਂ ਨਹੀਂ ਹੋਮ ਮਿਨਿਸਟਰੀ ਜਵਾਬ ਦੇਗੀ, ਕਿਉਂ ਨਹੀਂ ਗਵਰਨਮੈਂਟ ਜਵਾਬ ਦੇ? ਤੁਸੀਂ ਤਾਂ ਇਹਨੂੰ ਸਿਰਫ ਅਖਬਾਰੀ ਚਰਚੇ ਲਈ ਕਰ ਰਹੇ ਹੋ। ਉਹ ਗੱਲ ਸਮਝਦੇ ਆਪਾਂ ਨੂੰ ਰੱਖਣਾ ਚਾਹੀਦਾ ਯਾਦ ਕਿ ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਪਿਛਲੇ 70 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਪੰਜਾਬ ਨੇ ਸਿਰਫ ਐਜੀਟੇਸ਼ਨ ਦੇਖੀ ਹੈ, ਕੋਈ ਰਿਜ਼ਲਟ ਨਿਕਲਦਾ ਨਹੀਂ ਦੇਖਿਆ। ਔਰ ਕੋਈ ਵੀ ਪ੍ਰਾਪਤੀ ਜਿਹੜੀ ਹੈ 75 ਸਾਲ ਦੀ ਐਜੀਟੇਸ਼ਨ 'ਚ ਨਹੀਂ, ਸਿਵਾਏ ਸਿੱਖਾਂ ਦੇ ਕਤਲਾਂ ਤੋਂ, ਉਹਨਾਂ ਤੇ ਤਸ਼ੱਦਦ ਤੋਂ, ਦਿੱਲੀ ਦੰਗਿਆਂ ਤੋਂ, ਕਾਨਪੁਰ ਦੇ ਦੰਗਿਆਂ ਤੋਂ, ਔਰ ਜਿਹੜੀ ਹੈ ਪੰਜਾਬੀ ਬੋਲਦੇ ਇਲਾਕੇ ਰਹਿ ਗਏ, ਕਿਸੇ ਉਹਨਾਂ ਦੇ ਖਿਲਾਫ ਮੋਰਚਾ ਨਹੀਂ ਲੱਗਾ ਔਰ ਨਾ ਹੀ ਕੋਈ ਉਸ ਗੱਲ ਕਰਨ ਨੂੰ ਤਿਆਰ ਹੈ। ਜਿਹੜਾ ਡੈਲੀਗੇਸ਼ਨ ਤੁਹਾਨੂੰ ਮਿਲਿਆ, ਉਹਨਾਂ ਨੇ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਮੰਗ ਪੱਤਰ ਤੁਹਾਨੂੰ ਦਿੱਤਾ, ਹੋਰ ਵੀ ਕੁਝ ਮੰਗਾਂ, ਪ੍ਰਮੁੱਖ ਮੰਗਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਉਹਨਾਂ ਨੇ ਰੱਖੀਆਂ ਨੇ? ਹਾਂ, ਉਹਨਾਂ ਨੇ ਮੇਰੇ ਸਾਹਮਣੇ ਮੰਗਾਂ ਇਹ ਰੱਖੀਆਂ ਸੀ ਕਿ ਜਿਹੜਾ ਸੈਂਸਰ ਬੋਰਡ ਹੈ ਉਹਦੇ ਵਿੱਚ ਇੱਕ ਸਿੱਖ ਨੁਮਾਇੰਦਾ ਲਾਇਆ ਜਾਵੇ। ਉਹ ਮੈਂ ਆਲਰੇਡੀ ਪਿਛਲੇ ਸਾਲ ਗਵਰਨਮੈਂਟ ਨੂੰ ਐਡਵਾਈਜ਼ਰੀ ਭੇਜ ਚੁੱਕਾ, ਡਿਸੀਜਨ ਹੋ ਚੁੱਕਾ ਕਿ ਹਰ ਧਰਮ ਦਾ ਬੰਦਾ ਜਿਹੜਾ ਸੈਂਸਰ ਬੋਰਡ ਦੇ ਵਿੱਚ ਰੱਖਿਆ ਜਾਏਗਾ। ਹੁਣ ਵੀ ਇਹ ਲਾਲ ਸਿੰਘ ਚੱਡਾ ਜਿਹੜੀ ਫਿਲਮ ਬਣੀ ਹੈ ਉਹਦੇ 'ਚ ਮੇਰੇ ਕੋਲ ਆਮਿਰ ਖਾਨ ਜੀ ਆਏ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੈਂਸਰ ਬੋਰਡ ਦੇ ਰਾਹੀਂ ਤੁਸੀਂ ਇਹਨੂੰ ਕਰਾਓ ਤੇ ਫਿਲਮ ਪ੍ਰਵਾਨ ਹੋ ਕੇ ਅੱਗੇ ਦਿਖਾਈ ਜਾ ਰਹੀ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 550 ਸਾਲਾ ਪ੍ਰਕਾਸ਼ ਪੁਰਬ ਤੇ ਵੀ ਇਹ ਜਿਹੜਾ ਐਲਾਨ ਕੀਤਾ ਗਿਆ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਤੇ ਉਸ ਨੂੰ ਕਿਉਂ ਨਹੀਂ ਜਿਹੜਾ ਅਮਲੀ ਜਾਮਾ ਪਹਿਨਾਇਆ ਜਾ ਰਿਹਾ? ਤੇ ਖਾਸ ਤੌਰ ਤੇ ਜੇ ਟਾਡਾ ਦੀ ਗੱਲ ਕੀਤੀ ਜਾਵੇ, ਜਦੋਂ ਇਹ ਐਲਾਨ ਕੀਤਾ ਸੀ, ਕੀ ਗੱਲ ਇਹ ਜਿਹੜਾ ਵਿਸ਼ਾ ਹੈ ਉਦੋਂ ਨਹੀਂ ਵਿਚਾਰਿਆ ਗਿਆ ਕਿ ਇਸ ਦੇ ਵਿੱਚ ਜਿਹੜੀਆਂ ਕਾਨੂੰਨੀ ਰੁਕਾਵਟਾਂ ਆ ਸਕਦੀਆਂ ਨੇ? ਦੇਖੋ, ਇਹ ਚਰਚਾ ਦਾ ਉਸ ਵੇਲੇ ਦੇ ਤੁਸੀਂ ਉਹਨਾਂ ਨੂੰ ਬਿਆਨਾਂ ਨੂੰ ਕੱਢ ਕੇ ਦੇਖੋ ਕਿ ਕੀ ਗੱਲਾਂ ਹੋਈਆਂ। ਤੁਸੀਂ 21 ਮੰਗਾਂ ਮੇਰੇ ਕੋਲ ਨੇ ਜਿਹੜੀਆਂ ਪ੍ਰਧਾਨ ਮੰਤਰੀ ਨੇ ਜਿਹਦੇ ਸਿੱਖਾਂ ਨੂੰ, ਪੰਜਾਬੀ ਨੂੰ ਪਿਆਰ ਕਰਦੇ ਹੋਏ ਸਾਡੀਆਂ ਮੰਗਾਂ ਮੰਨੀਆਂ ਨੇ। 21ਵੀਂ ਦੇ ਵੀ ਕਿਹਾ ਕਿ ਅਸੀਂ ਇਹਨੂੰ ਵਿਚਾਰ ਕਰਾਂਗੇ, ਵਿਚਾਰ ਕਰਕੇ ਇਹਦੇ ਤੇ ਫੈਸਲਾ ਲਵਾਂਗੇ, ਫੈਸਲਾ ਵਿਚਾਰ ਅਧੀਨ ਹੈ। ਤੁਸੀਂ ਸਾਡੀ ਤਾਂ ਸਥਿਤੀ ਹੋਇਆ 10 ਵਸਤੂਲਾ ਪਾਛਾ ਪਾਵੈ, ਇਹ ਕਾਰਨ ਵਿਖੋਟ ਗਵਾਵੈ, ਇੱਕ ਬਿਨਾ ਦੇ 10 ਵੀ ਹਿਰਲੇ ਤੋ ਬੂੜਾ ਕਿਆ ਕਰੇ ਵਾਲੀ ਗੱਲ ਅਸੀਂ ਜਿਹੜੀ ਹੈ ਉਹ ਤਾਂ ਜਿਹੜੀਆਂ 10 ਚੀਜ਼ਾਂ ਦਿੱਤੀਆਂ ਨੇ ਉਹਦਾ ਧੰਨਵਾਦ ਵੀ ਕਰੋ। ਜਿਹੜੀਆਂ 21 ਮੰਗਾਂ ਤੁਹਾਡੀਆਂ ਮੰਨੀਆਂ ਗਈਆਂ ਉਹਨਾਂ ਦਾ ਧੰਨਵਾਦ ਤਾਂ ਕੀਤਾ ਨਹੀਂ। ਜਿਸ ਬੰਦੇ ਨੂੰ ਤੁਸੀਂ ਮਸੀਹਾ ਕਹਿੰਦੇ ਹੋ ਸਿੱਖਾਂ ਦਾ, ਹਾਂਜੀ, 2019 ਦੇ ਵਿੱਚ ਜਿਹੜਾ ਮਾਣ ਪੱਤਰ ਦਿੱਤਾ ਉਹਨਾਂ ਨੂੰ, ਤੇ ਉਸ ਤੋਂ ਬਾਅਦ ਫਿਰ ਬਾਕੀ ਕੀ ਕਸਰ ਬਾਕੀ ਰਹਿ ਗਈ? ਕਿਉਂ ਨਹੀਂ ਤੁਸੀਂ? ਅਸੀਂ ਆਪ ਕਹਿੰਦੇ ਤੁਹਾਡੀ ਲਿਖਤ ਹੈ ਐਸਜੀਪੀਸੀ ਦੀ, ਐਂਡ ਇਟ ਇਜ਼ ਪਾਰਟ ਆਫ ਦੀ ਰਿਕਾਰਡ। ਸੋ ਮੈਂ ਇਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਹਾਲਾਤ ਅੱਗੇ ਵਿਗੜੇ ਹੋਏ ਆ। ਇੱਥੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਆ ਨਸ਼ਾ ਕਰਕੇ, ਬੇਰੁਜ਼ਗਾਰੀ ਕਰਕੇ। ਜਿਹੜਾ ਲੋਕ ਇੱਥੇ ਪੰਜਾਬ ਛੱਡ ਕੇ ਨੌਜਵਾਨੀ ਬਾਹਰ ਨੂੰ ਭੱਜੀ ਜਾ ਰਹੀ ਹੈ। ਤੁਹਾਡੇ ਤੇ ਚਰਚਾ ਦਾ ਵਿਸ਼ਾ ਹੋ ਰਿਹਾ ਕਿ 327 ਸਰੂਪ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਉਹ ਕਿਤੇ ਲਾਪਤਾ ਹੋ ਗਏ। ਤੋ ਉਹਨਾਂ ਚੀਜ਼ਾਂ ਨੂੰ ਆਪਾਂ ਅਸਲੀ ਪੰਜਾਬ ਨੂੰ ਇਨਸਾਫ ਦਵਾਈਏ। ਅਸੀਂ ਤੁਹਾਡੇ ਨਾਲ ਹੈ, ਮੈਂ ਤੁਹਾਡੇ ਨਾਲ ਚੱਲਾਂਗਾ ਪ੍ਰਧਾਨ ਮੰਤਰੀ ਜੀ ਦੇ, ਤੇ ਤੁਹਾਨੂੰ ਜਿਹੜੀ ਤੁਸੀਂ ਸਮਝਦੇ ਹੋ ਆਓ ਕਾਨੂੰਨ ਦੀ ਜਦ ਵਿੱਚ ਰਹਿ ਕੇ ਜੋ ਵੀ ਭਾਰਤ ਦੀ ਸਰਕਾਰ ਕਰ ਸਕਦੀ ਹੈ ਉਹ ਸਿੱਖਾਂ ਦੇ ਨਾਲ ਹੈ ਔਰ ਉਹਨਾਂ ਦੇ ਮਸਲੇ ਹੱਲ ਕਰੇ। ਭਾਜਪਾ ਦੀ ਤੁਸੀਂ ਗੱਲ ਕੀਤੀ, ਭਾਜਪਾ ਪੂਰੇ ਦੇਸ਼ ਦੇ ਵਿੱਚ ਸਰਗਰਮ ਹੈ ਤੇ ਮੋਦੀ ਵੇਵ ਦੀ ਗੱਲ ਕੀਤੀ ਜਾਵੇ ਜਿਹੜਾ ਉਹ ਹੁੰਗਾਰਾ ਮਿਲ ਰਿਹਾ, ਪਰ ਪੰਜਾਬ ਦੇ ਵਿੱਚ ਕੀ ਗੱਲ ਜਿਹੜੀ ਮੋਦੀ ਵੇਵ ਹੈ ਉਹ ਲੈਂਡ ਨਹੀਂ ਹੋ ਰਹੀ? ਪਿਛਲੇ ਸਮੇਂ ਵਿੱਚ ਵੀ ਜਿਹੜਾ ਜ਼ੋਰ ਅਜਮਾਇਸ਼ ਕੀਤੀ, ਤੇ ਕੀ ਗੱਲ ਇਸ ਦੇ ਪਿੱਛੇ ਕਿਹੜੀਆਂ ਕਮੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ? ਨਹੀਂ, ਅਸੀਂ ਪੰਜਾਬ ਦੇ ਵਿੱਚ ਦੂਜੇ ਨੰਬਰ ਦੇ ਭਾਈਵਾਲ ਅਸੀਂ ਇਲੈਕਸ਼ਨ ਲੜਿਆ ਹਮੇਸ਼ਾ ਹੀ। ਇਸ ਵਾਰੀ ਅਸੀਂ ਜ਼ਰੂਰ ਇਲੈਕਸ਼ਨ ਲੜਿਆ ਆਪਣੇ ਤੋਂ, ਜਦੋਂ ਕਿ ਇੱਕ ਨਫ਼ਰਤ ਦਾ ਮਾਹੌਲ, ਇੱਕ ਜਿਹੜੀ ਹੈ ਬਦਨਾਮੀ ਦਾ ਮਾਹੌਲ 2 ਸਾਲ ਦੇ ਵਿੱਚ ਉਹਨਾਂ ਲੋਕਾਂ ਨੇ ਸਿਰਜਿਆ ਜਿਨ੍ਹਾਂ ਨੇ ਰਾਜਨੀਤੀ ਦੀਆਂ ਗੱਲਾਂ ਕੀਤੀਆਂ। ਅੱਜ ਜਿਹੜੇ ਬੰਦੇ ਸਭ ਤੋਂ ਪਹਿਲਾਂ ਕਿਸਾਨੀ ਬਿੱਲ ਦਿੱਲੀ ਦੇ ਵਿੱਚ ਲਾਗੂ ਕੀਤੇ ਸੀ ਉਹ ਪੰਜਾਬ ਦੇ ਵਿੱਚ ਵਿਰੋਧ ਕਰਦੇ ਨਜ਼ਰ ਆਏ। ਉਹਨਾਂ ਲੋਕਾਂ ਨੇ ਹੁਣ ਵੀ, ਉਹਨਾਂ ਦੀ ਸਰਕਾਰ ਬਣਿਆ 6 ਮਹੀਨੇ ਹੋ ਗਏ। ਮੈਂ ਜਦੋਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਜੀ ਨੇ ਬਿੱਲ ਵਾਪਸ ਲਏ ਸੀ, ਉਦੋਂ ਵੀ ਮੈਂ ਕਾਂਗਰਸ ਦੀ ਸਰਕਾਰ ਨੂੰ ਕਿਹਾ ਸੀ ਕਿ ਤੁਹਾਡੀ ਸਰਕਾਰ ਹੈ, ਸਮਾਂ 2 ਮਹੀਨੇ ਤੋਂ ਜ਼ਿਆਦਾ ਤੁਹਾਡੇ ਕੋਲ ਹੈਗਾ, ਇੱਕ ਐਸਾ ਬਿੱਲ ਬਣਾ ਦਿਓ ਕੋਈ ਕਿਸਾਨ ਖੁਦਕੁਸ਼ੀ ਨਾ ਕਰੇ, ਇੱਕ ਐਸਾ ਬਿੱਲ ਬਣਾ ਦਿਓ ਕਿਸਾਨ ਦੀ ਜਿਹੜੀ ਖੇਤੀ ਹੈ ਉਹ ਲਾਹੇਵੰਦ ਹੋ ਜਾਏ। ਮੈਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਹੈ ਕਿ ਤੁਹਾਡੇ ਕੋਲ ਤਾਂ ਸਮਾਂ 92 ਤੁਹਾਡੇ ਐਮਐਲਏ ਹੈ, ਖੇਤੀਬਾੜੀ ਜਿਹੜਾ ਇਹ ਚਰਚਾ ਦਾ ਸੀ ਕਿ ਇਹ ਸਟੇਟ ਇਸ਼ੂ ਹੈਗਾ, ਤੇ ਕਿਰਪਾ ਕਰਕੇ ਐਸਾ ਇੱਕ ਕਾਨੂੰਨ ਬਣਾ ਦਿਓ ਪੰਜਾਬ ਸਟੇਟ ਵੱਲੋਂ ਜਿਹਦੇ ਵਿੱਚ ਕਿਸਾਨ ਖੁਦਕੁਸ਼ੀ ਨਾ ਕਰੇ,
ਕਿਸਾਨ ਦਾ ਜਿਹੜੀ ਕਰਜ਼ਾ ਉਹ ਵੀ ਮਾਫੀ ਹੋ ਜਾਏ ਤੇ ਖੇਤੀ ਵੀ ਲਾਹੇਵੰਦ। ਪਰ ਜੇਕਰ ਹਕੀਕਤ ਵੇਖੀ ਜਾਵੇ ਤਾਂ ਐਮਐਸਪੀ ਤੇ ਲੀਗਲ ਗਰੰਟੀ ਤਾਂ ਲਾਲਪੁਰਾ ਸਾਹਿਬ ਹਲੇ ਤੱਕ ਨਹੀਂ ਮਿਲੀ। ਏਡਾ ਵੱਡਾ ਜਿਹੜਾ ਅੰਦੋਲਨ ਹੋਇਆ ਤੇ ਉਸ ਤੋਂ ਬਾਅਦ ਇੱਕ ਵੱਡੀ ਗੱਲ ਜਿਹੜੀ ਕਹੀ ਗਈ ਸੀ ਕਿ ਜੋ ਬਿਜਲੀ ਜਿਹੜੀ ਹੈ ਉਸ ਤੇ ਵੀ ਜਿਹੜਾ ਕਿਤੇ ਨਾ ਕਿਤੇ ਸੋਧ ਬਿੱਲ ਹੈ ਉਹ ਕਿਸਾਨਾਂ ਦੀ ਸਹਿਮਤੀ ਦੇ ਨਾਲ ਹੋਵੇਗਾ, ਉਸ ਦੇ ਵਿੱਚ ਵੀ ਜਿਹੜਾ ਉਹ ਅੱਖੋਂ ਪਰੋਖੇ ਕੀਤਾ ਗਿਆ। ਕੀ ਗੱਲ ਇਹ ਕਿਉਂ ਐਸੇ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਬਾਰ-ਬਾਰ ਜਿਹੜੀਆਂ ਵਾਪਰੀਆਂ ਨੇ? ਅਸੀਂ ਕਾਨੂੰਨ ਹੀ ਵਾਪਸ ਲੈ ਲਏ। ਜਿਹੜਾ ਕਿਸਾਨੀ ਜਿਹੜੇ ਕਹਿੰਦੇ ਸੀ ਵੀ ਇਹ ਕਾਨੂੰਨ ਕਿਸਾਨ ਵਿਰੋਧੀ ਹੈ, ਅਸੀਂ ਇੱਕੋ ਗੱਲ ਪ੍ਰਧਾਨ ਮੰਤਰੀ ਜੀ ਨੇ ਆਖੀ, ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਉਹ ਕਾਨੂੰਨ ਰੱਖ ਕੇ ਕਿ ਮੈਂ ਲੋਕਾਂ ਨੂੰ ਸਮਝਾ ਨਹੀਂ ਸਕਿਆ, ਇਸ ਕਰਕੇ ਮੈਂ ਕਾਨੂੰਨ ਵਾਪਸ ਲੈ। ਜਦੋਂ ਕਾਨੂੰਨ ਹੀ ਐਗਜ਼ਿਸਟ ਨਹੀਂ ਕਰਦੇ ਤੇ ਫਿਰ ਤਾਂ ਮਸਲਾ ਹੀ ਹੱਲ ਨਹੀਂ ਹੈ, ਕੋਈ ਰੌਲਾ ਨਹੀਂ ਹੈਗਾ। ਬਾਕੀ ਜਿਹੜੇ ਕਾਨੂੰਨ ਹੈ ਪਾਰਲੀਮੈਂਟਾਂ ਨੇ ਬਣਾਉਂਦੇ ਰਹਿਣਾ ਔਰ ਉਹਦੇ ਵਿੱਚ ਦੇਸ਼ ਦੀ ਤਰੱਕੀ ਲਈ, ਖੁਸ਼ਹਾਲੀ ਲਈ ਕੰਮ ਹੁੰਦੇ ਰਹਿਣਾ। ਅਸੀਂ ਕਿਉਂ ਨਹੀਂ ਕਰਦੇ ਕਿ ਦੁਨੀਆ ਦੇ ਵਿੱਚ ਸਾਡੀ ਅੱਜ ਜਿਹੜਾ ਯੂਰਪ ਹੈ ਉੱਥੇ ਡੀਜ਼ਲ 250 ਰੁਪਏ ਲੀਟਰ ਹੈਗਾ, 200 ਰੁਪਏ ਤੋਂ ਜ਼ਿਆਦਾ ਲੀਟਰ ਹੈ। ਉੱਥੇ ਹਾਹਾਕਾਰ ਹੋਈ ਹੈ, ਗੈਸ ਉੱਥੇ ਮਿਲ ਨਹੀਂ ਰਹੀ ਤੇ ਸਾਡੇ ਤਾਂ ਕਿਸੇ ਕਿਸਮ ਦੀ ਕਮੀ ਨਹੀਂ ਹੈਗੀ। ਔਰ ਸਾਡਾ ਹੀ ਦੇਸ਼ ਹੈ ਜਿਹਨੇ ਕਰੋਨਾ ਦਾ ਵੈਕਸੀਨੇਸ਼ਨ ਵੀ ਬਣਾ ਦਿੱਤਾ ਔਰ ਜਿਹਨੇ ਕਰੋਨਾ ਦੇ ਵਿੱਚ ਇੱਥੇ ਕਰੋਨਾ ਚ ਲੋਕਾਂ ਨੂੰ ਬਚਾਇਆ, ਰਾਸ਼ਨ ਵੀ ਖਾਣ ਨੂੰ ਦਿੱਤਾ ਔਰ ਲਗਾਤਾਰ ਸੇਵਾ ਦੇ ਵਿੱਚ ਜਾ ਰਿਹਾ। ਤੇ ਸਾਨੂੰ ਮੋਦੀ ਸਾਹਿਬ ਦੀ ਸਰਕਾਰ ਦਾ ਕੀਤਾ ਹੋਇਆ ਗੁਣ ਜਿਹੜਾ ਹੈ ਉਹ ਲੋਕਾਂ ਦੇ ਚਰਚਾ ਦੇ ਵਿੱਚ ਜਾਣਾ ਚਾਹੀਦਾ ਹੈ। ਇਹ ਗੱਲਾਂ ਜਿਹੜੀਆਂ ਅਸੀਂ ਕਰਦੇ ਆ, ਵਿਧਾਨ ਸਭਾ ਵੀ ਹੈ, ਪਾਰਲੀਮੈਂਟ ਵੀ ਹੈ। ਜਦੋਂ ਬਿਜਲੀ ਦੇ ਬਿੱਲ ਤੁਹਾਡੇ ਆਪਣੇ ਆ, ਉਹਨਾਂ ਦੇ ਕੋਲ ਤੁਸੀਂ ਲਿਆਓ ਨਾ ਆਈਡੀਆ। ਹਾਊ ਕੈਨ ਯੂ ਸੇ ਕਿਸੇ ਬੰਦੇ ਨੂੰ ਧੱਕੇ ਨਾਲ ਕਹਿ ਦਿਓਗੇ ਕਿ ਜੇ ਉਹਨੇ ਕੁਆਲਿਟੀ ਆਫ ਫੂਡ ਵੀ ਦੇਖਣੀ ਹੁੰਦੀ ਹੈ। ਅਸੀਂ ਵੀ ਬਾਜ਼ਾਰ 'ਚ ਖਰੀਦ ਜਾਂਦੇ ਆ, ਇੱਕੋ ਚੀਜ਼ ਦੇ 4 ਭਾਅ ਆ, ਉਹ ਕਹਿੰਦੇ ਆਹ ਸੇਬ 200 ਰੁਪਏ ਕਿਲੋ ਹੈਗਾ, ਆਹ ਸੇਬ ਜਿਹੜਾ ਹੈ 50 ਰੁਪਏ ਕਿਲੋ ਹੈ। ਹੁਣ ਵੀ ਇੱਥੇ ਮਾਰਕੀਟ ਚੱਲ ਰਿਹਾ, ਅੱਜ ਕੱਲ ਨਵਾਂ ਸੇਬ ਆ ਰਿਹਾ ਕਸ਼ਮੀਰ ਤੋਂ ਵੀ ਤੇ ਹਿਮਾਚਲ ਤੋਂ ਵੀ। ਸੋ ਇਹ ਚੀਜ਼ਾਂ ਨੇ ਸਾਰੀਆਂ ਵਿਚਾਰ ਕਰਨ ਵਾਲੀਆਂ ਨੇ। ਕਿਸਾਨੀ ਲਾਹੇਵੰਦ ਸੌਦਾ ਬੜੇ, ਇਹਦੇ ਲਈ ਕੇਂਦਰ ਯਤਨਸ਼ੀਲ ਹੈ। ਕਿਸਾਨੀ ਲਈ ਜੋ ਵੀ ਹੋ ਸਕੇਗਾ ਉਹ ਅਸੀਂ ਕਰਾਂਗੇ। ਸੋ ਬਿਲਕੁਲ ਲਾਲਪੁਰਾ ਸਾਹਿਬ, ਆਸ ਕਰਦੇ ਹਾਂ ਕਿ ਇਹਨਾਂ ਚਲੰਤ ਮਸਲਿਆਂ ਤੇ ਇੱਕ ਵੱਡੀ ਜੋ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਉੱਥੇ ਤਾਇਨਾਤ ਹੁੰਦਿਆਂ ਹੋਇਆਂ, ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਤੁਸੀਂ ਸੰਜੀਦਾ ਹੋ ਤੇ ਜਲਦ ਹੀ ਇਹਨਾਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦੀ ਆਵਾਜ਼ ਜਿਹੜਾ ਉਹ ਬੁਲੰਦ ਕਰੋਗੇ। ਸੋ ਸਾਡੀ ਇਸ ਖਾਸ ਪੇਸ਼ਕਸ਼ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ।